ਸਤਿ ਸ੍ਰੀ ਅਕਾਲ ਜੀ। ਸੋਚ ਕੇ ਦੇਖੋ ਕਿ ਕੀ ਕੋਈ ਬਿਜ਼ਨਸ ਸਿਰਫ 5000 ਰੁਪਏ 'ਚ ਸ਼ੁਰੂ ਹੋ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਉਸੇ ਕੰਮ ਨੂੰ ਸ਼ੁਰੂ ਕਰਨ ਦਾ ਅਸਲੀ ਖਰਚਾ ਬਹੁਤ ਜ਼ਿਆਦਾ ਹੋਵੇ। ਅੱਜ ਆਪਾਂ ਭਾਰਤ ਵਿੱਚ ਫੋਰਐਵਰ ਲਿਵਿੰਗ ਲਈ ਦਿੱਤੀ ਜਾ ਰਹੀ ਇੱਕ ਅਜਿਹੀ ਹੀ ਬਿਜ਼ਨਸ ਪਿਚ ਦੀ ਗੱਲ ਕਰਾਂਗੇ, ਜਿਹੜੀ ਇਹੀ ਦਾਅਵਾ ਕਰਦੀ ਹੈ। ਚਲੋ ਫਿਰ ਖੋਲਦੇ ਹਾਂ ਇਸ ਦੀਆਂ ਪਰਤਾਂ ਤੇ ਦੇਖਦੇ ਹਾਂ ਕਿ ਇਸ ਵਿੱਚ ਆਖਿਰ ਹੈ ਕੀ। ਆ ਦੇਖੋ, ਇਹ ਸਵਾਲ ਬਿਲਕੁਲ ਨਬਜ਼ ਦੇ ਹੱਥ ਰੱਖਦਾ ਹੈ। ਇਹ ਸਿੱਧਾ ਉਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਹੈ ਜਿਹੜੇ ਫੋਰਐਵਰ ਲਿਵਿੰਗ ਤਾਂ ਕਰਨਾ ਚਾਹੁੰਦੇ ਨੇ, ਪਰ ਜਦੋਂ ਗੱਲ ਆਉਂਦੀ ਹੈ ਸਟੈਂਡਰਡ 2cc ਪਲਾਨ ਦੀ, ਤਾਂ ਉਹਦੀ ਮੋਟੀ ਰਕਮ ਦੇਖ ਕੇ ਪੈਰ ਪਿੱਛੇ ਖਿੱਚ ਲੈਂਦੇ ਨੇ। ਮਤਲਬ ਕਿ ਪੈਸਾ ਹੀ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ। ਤਾਂ ਫਿਰ 2cc ਦੀ ਵੱਡੀ ਲਾਗਤ, ਇਹੀ ਹੈ ਸਾਰੀ ਗੇਮ। ਪੂਰੀ ਪਿਚ ਦੇ ਹਿਸਾਬ ਨਾਲ ਜਿਹੜੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ, ਉਹ ਹੈ ਇਸ 2cc ਪਲਾਨ ਦਾ ਖਰਚਾ। ਇਹ ਅਸਲ 'ਚ ਇੱਕ ਤਰ੍ਹਾਂ ਦਾ ਸੇਲਜ਼ ਟਾਰਗੇਟ ਹੁੰਦਾ ਹੈ, ਜਿਸ ਨੂੰ ਪੂਰਾ ਕਰਨ ਲਈ ਸ਼ੁਰੂ ਵਿੱਚ ਹੀ ਜੇਬ ਤੇ ਚੰਗਾ ਖਾਸਾ ਭਾਰ ਪੈਂਦਾ ਹੈ। ਸੋ ਇਹ ਜਿਹੜਾ ਮੋਟਾ ਖਰਚਾ ਹੈ ਨਾ, ਇਹ ਇੱਕ ਵੱਡੀ ਕੰਧ ਵਾਂਗ ਖੜਾ ਹੋ ਜਾਂਦਾ ਹੈ, ਜਿਹੜਾ ਬਹੁਤ ਸਾਰੇ ਚਾਹਵਾਨ ਲੋਕਾਂ ਨੂੰ ਅੱਗੇ ਵਧਣ ਹੀ ਨਹੀਂ ਦਿੰਦਾ। ਤੇ ਬਸ ਇਹੀ ਕਾਰਨ ਹੈ ਕਿ ਇਹ ਪੂਰੀ ਦੀ ਪੂਰੀ ਪਿਚ ਇਸੇ ਇੱਕ ਪੈਸੇ ਦੀ ਸਮੱਸਿਆ ਦਾ ਹੱਲ ਦੇਣ ਦੇ ਆਲੇ-ਦੁਆਲੇ ਘੁੰਮਦੀ ਹੈ। ਚਲੋ ਜੀ, ਹੁਣ ਆਉਂਦੇ ਹਾਂ ਉਸ ਹੱਲ ਤੇ ਜਿਹੜਾ ਇਸ ਪਿਚ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਐਸਾ ਰਾਹ ਜਿਹੜਾ ਸਿਰਫ 5000 ਰੁਪਏ ਤੋਂ ਸ਼ੁਰੂ ਹੁੰਦਾ ਹੈ ਤੇ ਪੂਰੀ ਗੇਮ ਬਦਲਣ ਦਾ ਦਾਅਵਾ ਕਰਦਾ ਹੈ। ਆ ਦੇਖੋ, 5000 ਰੁਪਏ। ਬਸ ਇਹੀ ਉਹ ਰਕਮ ਹੈ ਜਿਸ ਦੇ ਦੁਆਲੇ ਸਾਰੀ ਰਣਨੀਤੀ ਘੁੰਮਦੀ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ ਪ੍ਰੈਫਰਡ ਕਸਟਮਰ ਪਾਲਿਸੀ, ਤੇ ਇਹੀ ਇਸ ਪੂਰੀ ਪਿਚ ਦੀ ਨੀਂਹ ਹੈ, ਇਸ ਦਾ ਆਧਾਰ ਹੈ। ਤੇ ਇਸ ਪਾਲਿਸੀ ਨਾਲ ਸ਼ੁਰੂ ਕਰਨਾ ਕਿੰਨਾ ਕੁ ਔਖਾ ਹੈ? ਬਿਲਕੁਲ ਵੀ ਨਹੀਂ। ਕਹਿੰਦੇ ਨੇ ਪ੍ਰੋਸੈਸ ਬਹੁਤ ਸਿੱਧਾ-ਸਾਦਾ ਹੈ। ਪਹਿਲਾਂ ਆਪਣੀ ਆਈਡੀ ਰਜਿਸਟਰ ਕਰਾਓ, ਫਿਰ ਲਗਭਗ 5000 ਰੁਪਏ ਦੀ ਇੱਕ ਵਾਰ ਦੀ ਬਿਲਿੰਗ ਕਰ ਲਓ, ਤੇ ਬਸ ਇਸ ਤੋਂ ਬਾਅਦ ਭਾਰਤ ਵਿੱਚ ਕਿਸੇ ਨੂੰ ਵੀ ਸਪਾਂਸਰ ਕਰਨ ਦੇ ਰਾਈਟਸ ਮਿਲ ਜਾਂਦੇ ਨੇ। ਹੁਣ ਆਂਦੀ ਹੈ ਸਭ ਤੋਂ ਦਿਲਚਸਪ ਗੱਲ, ਇੱਕ ਬਹੁਤ ਵੱਡਾ ਦਾਅਵਾ। ਪਿਚ ਇਹ ਕਹਿੰਦੀ ਹੈ ਕਿ ਭਾਵੇਂ ਕੋਈ ਮਹਿੰਗਾ 2cc ਪਲਾਨ ਲਵੇ ਜਾਂ ਫਿਰ ਇਹ 5000 ਰੁਪਏ ਵਾਲਾ ਰਸਤਾ ਚੁਣੇ, ਕਮਿਸ਼ਨ ਦੋਵਾਂ ਵਿੱਚ ਬਰਾਬਰ ਮਿਲਦਾ ਹੈ। ਜੀ ਹਾਂ, ਪੂਰਾ 25% ਦੋਵਾਂ ਵਿੱਚ। ਇਹ ਬਹੁਤ ਵੱਡੀ ਗੱਲ ਹੈ। ਤੇ ਇਹ ਲਾਈਨ ਦੇਖੋ, ਕਲਪਨਾ ਕਰੋ ਜੇਕਰ ਤੁਸੀਂ ਆਪਣਾ 2cc ਲੈਵਲ ਮੁਫਤ ਵਿੱਚ ਪੂਰਾ ਕਰ ਸਕਦੇ ਹੋ, ਗਾਹਕ ਬਣਾ ਕੇ ਅਤੇ ਪ੍ਰੋਡਕਟਸ ਨੂੰ ਰੀਟੇਲ ਕਰਕੇ। ਸਹੀ ਮਾਇਨਿਆਂ ਵਿੱਚ ਇਹੀ ਤਾਂ ਇਸ ਪਿਚ ਦੀ ਜਾਨ ਹੈ। ਮਤਲਬ ਕਿ 2cc ਦੇ ਲੈਵਲ ਤੇ ਪਹੁੰਚੋ, ਪਰ ਆਪਣੀ ਜੇਬ 'ਚੋਂ ਮੋਟਾ ਪੈਸਾ ਲਗਾ ਕੇ ਨਹੀਂ, ਬਲਕਿ ਕੰਮ ਕਰਕੇ, ਗਾਹਕ ਬਣਾ ਕੇ। ਇਹ ਵਾਅਦਾ ਸੁਣਨ 'ਚ ਤਾਂ ਬਹੁਤ ਦਮਦਾਰ ਲੱਗਦਾ ਹੈ। ਅੱਛਾ, ਤਾਂ ਗੱਲ ਸਿਰਫ ਘੱਟ ਪੈਸਿਆਂ ਦੇ ਹੀ ਨਹੀਂ ਮੁੱਕਦੀ। ਇਸ ਪਿਚ ਦਾ ਇੱਕ ਹੋਰ ਬਹੁਤ ਵੱਡਾ ਹਿੱਸਾ ਹੈ ਆਟੋਮੇਸ਼ਨ ਅਤੇ ਟ੍ਰੇਨਿੰਗ ਦਾ ਵਾਅਦਾ। ਯਾਨੀ ਕਿ ਜਿਹੜੇ ਵੀ ਇਸ ਰਸਤੇ ਤੋਂ ਆਉਣਗੇ, ਉਹਨਾਂ ਨੂੰ ਕੁਝ ਖਾਸ ਟੂਲਸ ਤੇ ਸਿਸਟਮ ਦੇਣ ਦੀ ਗੱਲ ਵੀ ਕੀਤੀ ਗਈ ਹੈ। ਤਾਂ ਫਿਰ ਮਿਲਦਾ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਡਿਜੀਟਲ ਮੌਜੂਦਗੀ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ, ਉਹ ਵੀ ਬਿਲਕੁਲ ਮੁਫਤ। ਜਿਵੇਂ ਕਿ ਇੱਕ ਗੂਗਲ ਮਾਈ ਬਿਜ਼ਨਸ ਯਾਨੀ GMB ਅਕਾਊਂਟ ਬਣਾ ਕੇ ਦਿੱਤਾ ਜਾਂਦਾ ਹੈ। ਨਾਲ ਹੀ ਇੱਕ ਰੈਡੀਮੇਡ YouTube ਚੈਨਲ ਤੇ ਹੋਰ ਤੋਂ ਹੋਰ ਕੰਟੈਂਟ ਕੀ ਬਣਾਉਣਾ ਹੈ, ਉਸ ਬਾਰੇ ਵੀ ਪੂਰੀ ਗਾਈਡੈਂਸ ਦੇਣ ਦਾ ਵਾਅਦਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਆਟੋਮੇਟਿਡ ਸਿਸਟਮ ਦੇਣ ਦੀ ਗੱਲ ਵੀ ਹੈ, ਤਾਂ ਜੋ ਬਹੁਤੀ ਮਿਹਨਤ ਨਾ ਕਰਨੀ ਪਵੇ। ਜਿਵੇਂ ਕਿ ਕਜਾਬੀ ਪਲੇਟਫਾਰਮ ਦੀ ਐਕਸੈਸ, ਪਰ ਧਿਆਨ ਦੇਣਾ, ਇਹ ਸਿਰਫ ਮੋਟੀਵੇਸ਼ਨ ਲਈ ਨਹੀਂ, ਬਲਕਿ ਅਸਲੀ ਹੁਨਰ ਸਿੱਖਣ ਲਈ ਹੈ। ਨਾਲ ਹੀ ਇੱਕ ਬਣਿਆ ਬਣਾਇਆ ਫਨਲ ਲਿੰਕ ਮਿਲਦਾ ਹੈ ਤੇ ਇੱਕ ਆਟੋਮੇਟਿਡ ਵੈਬਿਨਾਰ ਸਿਸਟਮ ਵੀ, ਜੋ ਖੁਦ ਬਖੁਦ ਲੋਕਾਂ ਨੂੰ ਬਿਜ਼ਨਸ ਬਾਰੇ ਦੱਸੇਗਾ। ਤੇ ਇਸ ਆਟੋਮੇਸ਼ਨ ਸਿਸਟਮ ਬਾਰੇ ਸਪੀਕਰ ਦਾ ਆਪਣਾ ਦਾਅਵਾ ਸੁਣੋ। ਇਹ ਮੇਰਾ ਆਟੋਮੇਸ਼ਨ ਸਿਸਟਮ ਹੈ, ਜਿੱਥੇ ਇੱਕ ਡਿਜੀਟਲ ਅਵਤਾਰ ਬਣਾਇਆ ਜਾਂਦਾ ਹੈ ਜੋ ਮੇਰੇ ਲਈ 24 ਘੰਟੇ 7 ਦਿਨ 365 ਦਿਨ ਕੰਮ ਕਰੇਗਾ। ਮਤਲਬ ਕਿ ਇੱਕ ਅਜਿਹਾ ਆਨਲਾਈਨ ਸਿਸਟਮ ਜੋ ਕਦੀ ਸੌਂਦਾ ਨਹੀਂ, ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਤੇ ਨਵੇਂ-ਨਵੇਂ ਲੀਡਸ ਲਿਆਉਂਦਾ ਰਹਿੰਦਾ ਹੈ। ਤਾਂ ਫਿਰ ਇਸ ਸਭ ਦਾ ਮਕਸਦ ਕੀ ਹੈ? ਇੱਕ ਟੈਨਸ਼ਨ ਫ੍ਰੀ ਬਿਜ਼ਨਸ, ਮਤਲਬ ਅਜਿਹਾ ਕੰਮ ਜਿੱਥੇ ਕਿਸੇ ਨੂੰ ਮਨਾਉਣ ਦੀ, ਵਾਰ-ਵਾਰ ਫਾਲੋ-ਅਪ ਲੈਣ ਦੀ ਜਾਂ ਲਗਾਤਾਰ ਫੋਨ ਤੇ ਲੱਗੇ ਰਹਿਣ ਦੀ ਕੋਈ ਲੋੜ ਨਹੀਂ। ਸਿੱਧਾ-ਸਾਦਾ ਮਤਲਬ ਹੈ ਕਿ ਬਿਜ਼ਨਸ ਦੇ ਸਭ ਤੋਂ ਔਖੇ ਤੇ ਸਿਰਦਰਦੀ ਵਾਲੇ ਕੰਮਾਂ ਤੋਂ ਛੁਟਕਾਰਾ। ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੁੰਦੀ। ਇਸ ਪਿਚ ਵਿੱਚ ਇੱਕ ਹੋਰ ਦਿਲਚਸਪ ਗੱਲ ਹੈ, ਤੇ ਉਹ ਹੈ ਸਿਰਫ ਫੋਰਐਵਰ ਤੋਂ ਹੀ ਨਹੀਂ, ਬਲਕਿ ਉਸ ਤੋਂ ਵੀ ਵੱਧ ਕਮਾਈ ਕਰਨ ਦਾ ਮੌਕਾ। ਇਹ ਵਾਅਦਾ ਇਸ ਪੇਸ਼ਕਸ਼ ਨੂੰ ਹੋਰ ਵੀ ਜ਼ਿਆਦਾ ਆਕਰਸ਼ਕ ਬਣਾ ਦਿੰਦਾ ਹੈ। 5 ਪੇਸ਼ਕਾਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ 5 ਵਾਧੂ ਮਿਨੀ ਇਨਕਮ ਸਟ੍ਰੀਮਸ ਯਾਨੀ ਕਿ ਕਮਾਈ ਦੇ ਛੋਟੇ-ਛੋਟੇ ਹੋਰ ਜ਼ਰੀਏ ਬਣਾਉਣਾ ਸਿਖਾਉਣਗੇ। ਇਹ ਸਿਰਫ ਇੱਕ ਹਵਾਈ ਗੱਲ ਨਹੀਂ, ਸਗੋਂ ਇੱਕ ਪੱਕਾ ਨੰਬਰ ਦਿੱਤਾ ਗਿਆ ਹੈ, ਜਿਸ ਨਾਲ ਪੇਸ਼ਕਸ਼ ਵਿੱਚ ਹੋਰ ਵਜ਼ਨ ਪੈਂਦਾ ਹੈ।
ਤਾਂ ਸਵਾਲ ਉੱਠਦਾ ਹੈ ਕਿ ਆਹ ਵਾਧੂ ਪੈਸਾ ਆਵੇਗਾ ਕਿੱਥੋਂ? ਜਵਾਬ ਹੈ ਉਹਨਾਂ ਹੁਨਰਾਂ ਤੋਂ ਜਿਹੜੇ ਇਸ ਸਿਸਟਮ ਵਿੱਚ ਸਿੱਖੇ ਜਾਣਗੇ, ਉਹਨਾਂ ਨੂੰ ਹੀ ਬਾਹਰ ਵੇਚ ਕੇ। ਮਿਸਾਲ ਵਜੋਂ, ਜਦੋਂ ਕੋਈ ਕਿਸੇ ਦੀ ਸਮੱਸਿਆ ਹੱਲ ਕਰਨ ਵਿੱਚ ਮਾਹਿਰ ਹੋ ਜਾਂਦਾ ਹੈ ਤਾਂ ਲੋਕ ਉਸ ਨੂੰ ਸਲਾਹ ਮਸ਼ਵਰੇ ਲਈ ਪੈਸੇ ਦਿੰਦੇ ਨੇ। ਬਾਕੀ ਤਰੀਕੇ ਕਹਿੰਦੇ ਨੇ ਜੁਆਇਨ ਕਰਨ ਤੋਂ ਬਾਅਦ ਦੱਸੇ ਜਾਣਗੇ। ਚਲੋ ਫਿਰ ਹੁਣ ਸਾਰੀ ਗੱਲ ਨੂੰ ਸਮੇਟਦੇ ਆਂ ਤੇ ਦੇਖਦੇ ਆਂ ਕਿ ਕੁੱਲ ਮਿਲਾ ਕੇ ਆਖਿਰ ਮਿਲ ਕੀ ਰਿਹਾ ਹੈ। ਇਸ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ ਦੋਵਾਂ ਰਸਤਿਆਂ ਦੀ ਆਮੋ-ਸਾਹਮਣੇ ਤੁਲਨਾ ਕਰਨਾ। ਆਹ ਦੇਖੋ ਇਸ ਟੇਬਲ ਤੇ, ਇਹ ਸਾਰੀ ਤਸਵੀਰ ਸਾਫ਼ ਕਰ ਦਿੰਦਾ ਹੈ। ਪੇਸ਼ਕਾਰੀ ਦੇ ਮੁਤਾਬਿਕ 5000 ਰੁਪਏ ਵਾਲਾ ਸਿਸਟਮ ਸਿਰਫ ਸਸਤਾ ਹੀ ਨਹੀਂ ਹੈ, ਸਗੋਂ ਇਸ ਵਿੱਚ ਵੱਧ ਟੂਲਸ ਤੇ ਫੀਚਰਸ ਵੀ ਮਿਲ ਰਹੇ ਹਨ, ਜਿਵੇਂ ਕਿ ਆਟੋਮੇਟਿਡ ਫਨਲ, YouTube ਸੈਟਅਪ, GMB ਸੈਟਅਪ ਵਗੈਰਾ ਵਗੈਰਾ, ਜੋ ਦੂਜੇ ਪਾਸੇ ਨਹੀਂ ਹਨ। ਮਤਲਬ ਕਿ ਇਹ ਇੱਕ ਵੈਲਿਊ ਫॉर ਮਨੀ ਸੌਦਾ ਬਣ ਕੇ ਸਾਹਮਣੇ ਆਉਂਦਾ ਹੈ। ਸੋ ਸਾਰੀ ਗੱਲ ਦਾ ਨਿਚੋੜ ਕੀ ਨਿਕਲਿਆ? ਮੁੱਖ ਦਲੀਲ ਬਸ ਇਹ ਹੈ ਕਿ ਇਹ ਸਿਸਟਮ ਬਹੁਤ ਹੀ ਘੱਟ ਸ਼ੁਰੂਆਤੀ ਖਰਚੇ ਵਿੱਚ ਕਿਤੇ ਜ਼ਿਆਦਾ ਟੂਲਸ ਤੇ ਸਪੋਰਟ ਦਿੰਦਾ ਹੈ। ਇਹ ਸਿੱਧੇ ਤੌਰ ਤੇ ਕੁਸ਼ਲਤਾ ਅਤੇ ਮੁੱਲ ਦੀ ਗੱਲ ਹੈ, ਪੈਸੇ ਦੀ ਨਹੀਂ। ਤੇ ਅਖੀਰ ਵਿੱਚ ਆਪਾਂ ਇੱਕ ਸਵਾਲ ਤੇ ਆ ਕੇ ਰੁਕਦੇ ਹਾਂ, ਜਿਹੜਾ ਇਸ ਪੂਰੀ ਪਿਚ ਦਾ ਸਾਰ ਕੱਢ ਦਿੰਦਾ ਹੈ। ਕਿਸੇ ਵੀ ਬਿਜ਼ਨਸ ਦੇ ਮੌਕੇ ਵਿੱਚ ਜ਼ਿਆਦਾ ਜ਼ਰੂਰੀ ਕੀ ਹੈ? ਸ਼ੁਰੂ ਵਿੱਚ ਲੱਗਣ ਵਾਲਾ ਪੈਸਾ ਜਾਂ ਉਹ ਸਿਸਟਮ ਜੋ ਕੰਮ ਕਰਨ ਲਈ ਦਿੱਤੇ ਜਾ ਰਹੇ ਨੇ? ਕੀ ਘੱਟ ਪੈਸੇ ਲਾਣਾ ਜ਼ਿਆਦਾ ਮਾਇਨੇ ਰੱਖਦਾ ਹੈ ਜਾਂ ਇੱਕ ਮਜ਼ਬੂਤ ਸਪੋਰਟ ਸਿਸਟਮ ਦਾ ਹੋਣਾ? ਇਹ ਸਵਾਲ ਸੋਚਣ ਵਾਲਾ ਹੈ ਨਾ?